ਸਾਹਿਬ ਜੀਓ। ਗੁਰੂ ਗਰੀਬ ਨਿਵਾਜ, ਰਾਖੋ ਆਪਣੀ ਸ਼ਰਨ ਪ੍ਰਭ। ਮੋਹਿ ਕਿਰਪਾ ਧਾਰੇ, ਸੇਵਾ ਕਛੂ ਨਾ ਜਾਨੂ। ਨੀਚ ਮੂਰਖਾਰੇ, ਮਾਣ ਕਰੂੰ ਤੁਧ ਊਪਰੇ। ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ। ਤੁਮ ਬਖਸ਼ਣ ਹਾਰੇ, ਹਮ ਅਪਰਾਧੀ ਸਦ ਭੂਲਤੇ। ਤੁਮ ਬਖਸ਼ਣ ਹਾਰੇ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਪਤਿਤ ਪਾਵਨ ਕਿਰਪਾ ਨਿਧਾਨ ਵਾਲੀਏ ਕੁਲ ਆਲਮ। ਗਿਆਨ ਦੇ ਸਾਗਰ ਗੁਰਬਾਣੀ ਦੇ ਮੁਜੱਸਮੇ ਸਰਵਰੇ ਕਾਇਨਾਤ। ਦੀਨ ਦੁਨੀਆ ਦੇ ਪਾਤਸ਼ਾਹ, ਦੀਨ ਦੁਨੀਆ ਦੇ ਰਹਿਬਰ, ਸਮੁੱਚੀ ਮਾਨਵਤਾ ਦੀ ਇਕਲੌਤੀ ਆਸ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਦੇ ਵਿੱਚ ਸ਼ੋਭਾਇਮਾਨ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਜੀ ਕਾ ਖਾਸ ਰੂਪ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਡਭਾਗੇ ਹਾਂ। ਵੱਡੇ ਭਾਗ ਨੇ ਸਾਡੇ ਸਾਰਿਆਂ ਦੇ ਜੋ ਸਾਹਿਬਾਂ ਦੀ ਪਾਵਨ ਗੋਦ ਵਿੱਚ ਬੈਠ ਕੇ ਜੀਵਨ ਦੀਆਂ ਇਹ ਅਮੁੱਲਕ ਘੜੀਆਂ ਸਫਲੀਆਂ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਧ ਸੰਗਤ ਦੇ ਉਪਰਾਲੇ ਸਦਕਾ ਆਪਾਂ ਸਾਰੇ ਰਲ ਮਿਲ ਕੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਉਹਨਾਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਮਹਾਨ ਗੁਰਮਤਿ ਸਮਾਗਮ ਜਿਹੜਾ ਹੈ ਕਰਵਾਇਆ ਜਾ ਰਿਹਾ ਹੈ। ਸਾਧ ਸੰਗਤ, ਜਿੱਥੇ ਆਪਾਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ, ਉੱਥੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ ਹੈ। ਦਾਸ ਵੱਲੋਂ ਸਮੂਹ ਸਾਧ ਸੰਗਤ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਦਾਸ ਤੋਂ ਪਹਿਲਾਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਕੀਰਤਨੀਏ ਭਾਈ ਸਾਹਿਬ ਭਾਈ ਅਮਨਦੀਪ ਸਿੰਘ ਜੀ, ਜਿਨ੍ਹਾਂ ਨੇ ਆਪ ਸਰਬੱਤ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ ਹੈ, ਬੜੇ ਪਿਆਰ ਦੇ ਨਾਲ ਆਪਾਂ ਉਹਨਾਂ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਕੁਝ ਸਮਾਂ ਦਾਸ ਨੇ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣੀ ਹੈ। ਬੜੇ ਪਿਆਰ ਦੇ ਨਾਲ, ਬੜੀ ਭਾਵਨਾ ਦੇ ਨਾਲ, ਬੜੀ ਇਕਾਗਰਤਾ ਦੇ ਨਾਲ ਆਪਾਂ ਗੁਰੂ ਦੀ ਗੋਦ ਵਿੱਚ ਬੈਠ ਕੇ ਵਿਚਾਰਾਂ ਸਰਵਣ ਕਰਨੀਆਂ ਨੇ, ਕਿਉਂਕਿ ਮਹਾਰਾਜ ਕਹਿੰਦੇ ਨੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਆਓ ਭਾਗਾਂ ਵਾਲਿਓ, ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਦਸ਼ਮੇਸ਼ ਪਿਤਾ ਸਰਬੰਸਦਾਨੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ ਜੀ। ਇੱਕੋ ਵਾਰੀ ਕਹਿਣ ਤੇ ਗੱਜ ਕੇ ਬੁਲਾਓ ਜੀ, ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ, ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੀ ਸਿਫਤ ਕਰਦਿਆਂ ਹੋਇਆਂ, ਜਿਨ੍ਹਾਂ ਦੀ ਵਡਿਆਈ ਕਰਦਿਆਂ ਹੋਇਆਂ, ਉਸਤਤ ਕਰਦਿਆਂ ਹੋਇਆਂ
ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਨੇ ਬੜੇ ਪਿਆਰੇ ਬਚਨ ਕਹੇ ਨੇ। ਭਾਈ ਨੰਦ ਲਾਲ ਜੀ ਕਹਿੰਦੇ ਨੇ, ਗੁਰੂ ਤੇਗ ਬਹਾਦਰ ਆ ਸਰਾਂ ਪਾ ਅਫਜ਼ਾਲ, ਜੀਨਤ ਅਰਾਏ ਮਹਿਫਿਲ ਜਾਹੋ ਜਲਾਲ, ਅਨਵਾਰ ਹਕ ਅੱਜ ਵਜੂਦ ਪਾਕਸ਼ ਰੋਸ਼ਨ, ਹਰ ਦੋ ਆਲਮ ਜੇ ਫੈਜ ਫਜ਼ਲ ਸ਼ਰੋਸ਼ਨ। ਭਾਵ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਉਸ ਅਕਾਲ ਪੁਰਖ ਪਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਸਤਿਗੁਰੂ ਨੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਰਹਿਮਤਾਂ ਅਤੇ ਬਖਸ਼ਿਸ਼ਾਂ ਦੇ ਖਜ਼ਾਨੇ ਨੇ। ਜਿਹੜਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਰਨ ਦੇ ਵਿੱਚ ਆ ਜਾਂਦਾ ਏ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਉਹਦੀਆਂ ਝੋਲੀਆਂ ਭਰ ਦਿੰਦੇ ਨੇ। ਜਿੱਥੇ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਕੀਤੀ, ਉੱਥੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਕਰਦਿਆਂ ਹੋਇਆਂ ਬੜੇ ਪਿਆਰੇ ਬਚਨ ਕਹੇ। ਉਹ ਬਚਨ ਜਿਹੜੇ ਅਸੀਂ ਸਵੇਰੇ ਵੀ ਅਰਦਾਸ ਵਿੱਚ ਸਰਵਣ ਕਰਦੇ ਆਂ ਤੇ ਸ਼ਾਮਾਂ ਨੂੰ ਵੀ ਅਰਦਾਸ ਵਿੱਚ ਸਰਵਣ ਕਰਦੇ ਆਂ। ਕੀ ਕਹਿੰਦੇ ਨੇ ਕਲਗੀਧਰ ਪਾਤਸ਼ਾਹ ਮਹਾਰਾਜ? ਤੇਗ ਬਹਾਦਰ ਸਿਮਰਿਐ ਘਰ ਨੌ ਨਿਧ, ਆਵੈ ਧਾਏ ਸਭ ਥਾਈ ਹੋਏ ਸਹਾਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਜਿਹੜਾ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ, ਪਿਆਰ ਦੇ ਨਾਲ, ਇਕਾਗਰਤਾ ਦੇ ਨਾਲ ਚੌਂਕੜਾ ਲਾ ਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਯਾਦ ਕਰੇਗਾ, 9 ਨਿਧੀਆਂ ਤੇ 18 ਸਿੱਧੀਆਂ ਉਹਦੇ ਘਰ ਵਿੱਚ ਆ ਜਾਣਗੀਆਂ। ਭਾਵ ਉਹਨੂੰ ਜ਼ਿੰਦਗੀ 'ਚ ਕਦੀ ਕਿਸੇ ਚੀਜ਼ ਦਾ ਘਾਟਾ ਨਹੀਂ ਆਵੇਗਾ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਯਾਦ ਕਰੇਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪੜੋ। ਮਹਾਰਾਜ ਕਹਿੰਦੇ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ, ਬਿਨ ਸਤਿਗੁਰ ਨਾਉ ਨਾ ਪਾਈਐ, ਬੂਝੋ ਕਰ ਵਿਚਾਰ, ਨਾਨਕ ਪੂਰੇ ਭਾਗ ਸਤਿਗੁਰ ਮਿਲੈ, ਸੁਖ ਪਾਏ ਜੁਗ ਚਾਰ। ਇੱਥੇ ਹੀ ਬਸ ਨਹੀਂ, ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਕਿਰਪਾ ਕਰਦੇ ਨੇ। ਭਾਈ ਸਾਹਿਬ ਕਹਿੰਦੇ, ਸੁਹੱਬਤੇ ਨੇਕਾਂ ਅਗਰ ਬਾਸ਼ਦ ਨਸੀਬ, ਦੌਲਤੇ ਜਾਵੀਦ ਜਾਬੀ ਐ ਹਬੀਬ। ਕਹਿਣ ਤੋਂ ਭਾਵ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਏ, ਭਾਗਾਂ ਵਾਲਿਓ, ਗੁਰੂ ਉਹਦੀਆਂ ਝੋਲੀਆਂ ਭਰ ਦਿੰਦਾ ਏ। ਗੁਰੂ ਉਹਦੀਆਂ ਝੋਲੀਆਂ ਭਰ ਦਿੰਦਾ ਏ। ਜਿੱਥੇ ਭਾਈ ਨੰਦ ਲਾਲ ਸਿੰਘ ਜੀ ਨੇ ਉਸਤਤ ਕੀਤੀ, ਜਿੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਸਤਤ ਕੀਤੀ, ਉੱਥੇ ਲਾਲਾ ਦੌਲਤ ਰਾਏ ਆਰੀਆ ਉਹਨੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਸਿਫਤ ਦੇ ਵਿੱਚ, ਮਹਾਰਾਜ ਦੀ ਵਡਿਆਈ ਵਿੱਚ ਬੜੇ ਪਿਆਰੇ ਬਚਨ ਕਹੇ। ਉਹ ਕਹਿੰਦਾ, ਮੈਂ ਲੋਕਾਂ ਕੋਲੋਂ ਉਲਟੀ ਗੰਗਾ ਵਹਿਣ ਦਾ ਅਖਾਣ ਸੁਣਦਾ ਆਇਆ ਸੀ ਵੀ ਗੰਗਾ ਜਿਹੜੀ ਏ ਉਹ ਉਲਟੀ ਵੀ ਵਹਿ ਜਾਂਦੀ ਏ, ਪਰ ਕਹਿੰਦਾ ਯਕੀਨ ਨਹੀਂ ਸੀ ਹੁੰਦਾ ਵੀ ਗੰਗਾ ਜਿਹੜੀ ਏ ਉਹ ਉਲਟੀ ਵੀ ਵਹਿ ਜਾਂਦੀ ਏ। ਪਰ ਕਹਿੰਦਾ ਉਸ ਦਿਨ ਯਕੀਨ ਹੋ ਗਿਆ ਜਿਸ ਦਿਨ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ ਦਿੱਲੀ ਜਾ ਕੇ ਆਪਣੇ ਸੀਸ ਦਾ ਬਲੀਦਾਨ ਦਿੱਤਾ। ਉਹਨੇ ਬੜੇ ਪਿਆਰੇ ਬਚਨ ਕਹੇ। ਉਹ ਕਹਿੰਦਾ, ਆਜ ਤੱਕ ਜੇ ਤੋ ਹੁਆ ਹੈ ਕਾਤਿਲ ਮਕਤੂਲ ਕੇ ਪਾਸ ਚੱਲ ਕੇ ਜਾਏ। ਕਾਤਿਲ ਕਹਿੰਦੇ ਨੇ ਮਾਰਨ ਵਾਲੇ ਨੂੰ, ਮਕਤੂਲ ਕਹਿੰਦੇ ਨੇ ਮਰਨ ਵਾਲੇ ਨੂੰ। ਮਾਰਨ ਵਾਲਾ ਮਰਨ ਵਾਲੇ ਦੇ ਕੋਲ ਜਾਂਦਾ ਏ, ਪਰ ਭਾਗਾਂ ਵਾਲਿਓ ਕਦੀ ਵੀ ਮਰਨ ਵਾਲਾ ਮਾਰਨ ਵਾਲੇ ਦੇ ਕੋਲ ਨਹੀਂ ਜਾਂਦਾ। ਲਾਲਾ ਦੌਲਤ ਰਾਏ ਆਰੀਆ ਕਹਿੰਦਾ, ਆਜ ਤੱਕ ਜੇ ਤੋ ਹੁਆ ਹੈ ਕਾਤਿਲ ਮਕਤੂਲ ਕੇ ਪਾਸ ਚੱਲ ਕੇ ਜਾਏ, लेकिन जे कभी नहीं हुआ एक मकतूल खुद कातिल के पास चल के जाए। कहता इदां करके धन गुरु तेग बहादुर सच्चे पातशाह महाराज ने उल्टी गंगा बहा दी, उल्टी गंगा बहा दी। ताइयों भट्ट चांद जी कहते ने, चित चरण कमल का आसरा, चित चरण कमल संग जोड़िए, मन लोचे बुराइयां गुर शब्दी ए मन होड़िए, बां जिन्हां दी पकड़िए सिर दीजे बां ना छोड़िए। तेग बहादुर बोलिया धर पाइए धर्म ना छोड़िए, धर पाइए धर्म ना छोड़िए। ऐसे दीन दयाल सतगुरु धन गुरु तेग बहादुर सच्चे पातशाह महाराज जिन्हां दा आगमन, जिन्हां दा प्रकाश 1 अप्रैल 1621 ਨੂੰ ਅੰਮ੍ਰਿਤਸਰ ਦੀ ਧਰਤੀ
गुरु के महल विखे गुरु हरगोबिंद साहब महाराज दे घर माता नानकी जी दी कुख तो होया। साध संगत मैं बेनती करा, इक्को एक सतगुरु गुरु तेग बहादुर महाराज ने जिन्हां दा प्रकाश अमृतसर साहब दी धरती ते होया, अमृतसर शहर दे विच होया। जे आपां गुरु नानक साहब दी गल करिए, गुरु नानक साहब दा प्रकाश राए भोए दी तलवंडी ननकाना साहब होया। जे गुरु अंगद दे महाराज दी गल करिए, गुरु अंगद दे महाराज दा प्रकाश मत्ते दी सरां सराए नांगा होया। जे गुरु अमरदास महाराज दी गल करिए, गुरु अमरदास महाराज दा प्रकाश पिंड बासर के गिल्ला, गुरु रामदास महाराज दा प्रकाश लाहौर दी धरती ते, गुरु अर्जन देव सच्चे पातशाह महाराज दा प्रकाश गोइंदवाल साहब दी धरती ते, गुरु हरगोबिंद साहब दा प्रकाश गुरु की वडाली। इसे तरह गुरु हर राय महाराज, गुरु हरकृष्ण महाराज दा प्रकाश कीरतपुर साहब दी धरती ते कलगीधर पातशाह महाराज दा प्रकाश पटने दी धरती ते होया। इक्को एक सतगुरु गुरु तेग बहादुर सच्चे पातशाह महाराज ने जिन्हां दा प्रकाश गुरु के महल अमृतसर शहर दे विच होया। धन ने गुरु हरगोबिंद साहब सच्चे पातशाह महाराज, धन ने माता नानकी जी। भागां वालिओ मैं बेनती करा, जिस मां दा पुत्र रब दी भगती करदा है, परमात्मा दी भगती करदा है, चंगे काम करदा है, गुरु घर आउंदा है, गुरु ग्रंथ साहब दी बाणी विच ऐसे माता पिता नूं धन आखिया गया। पढ़ो पावन बाणी। महाराज कहंदे धन धन पिता, धन धन कुल, धन धन सो जननी जिन गुरु जणिया माए। महाराज ने बाणी च कहा, धन जननी जिन जाया, धन पिता प्रधान, सतगुर सेव सुख पाया, विचों गया गुमान। अज हर एक मां प्यो का फर्ज बनता है वो अपने बच्चों नूं चंगी सिक्ख्या दवे, गुरबाणी नाल जोड़े, गुर इतिहास नाल जोड़े। प्रिंसीपल गंडा सिंह नूं किसी ने पुछया सी बच्चे का पहला स्कूल किहड़ा हुंदा है, ते प्रिंसीपल गंडा सिंह ने कहा सी बच्चे का पहला स्कूल बच्चे दे माता पिता ने, मां प्यो बच्चे नूं जिद्दां दी सिक्ख्या दिंदा है, 99% बच्चा उस सिक्ख्या दे उत्ते चलदा है। जे चंगी सिक्ख्या नहीं दित्ती बच्चे गलत पासे जाणगे, जे चंगी सिक्ख्या दवांगे ते साडे बच्चे कदी गलत पासे नहीं जाणगे। एक छोटी जी बेनती कर लगा जी। इंग्लैंड दी एक 7 साल दी बच्ची है, बकायदा उन्होंने श्री अकाल तख्त साहब ते सद के सन्मानित भी किया गया सी। क्यों किया गया सी? 7 साल बच्ची दी उम्र है, इंग्लैंड दी जंपल। 7 साल दी उम्र दे विच बच्ची ने 2 सहज पाठ कर ले ने, 2 सहज पाठ। 7 साल बच्ची दी उम्र, 2 सहज पाठ बच्ची ने कीते ने। बाबा जी बच्ची दी इंटरव्यू लै रहे ने। बाबा जी 7 साल दी बच्ची नूं पुछदे ने, बेटा तिलंग राग दा पहला शब्द किहड़ा है? 7 साल दी बच्ची शब्द पढ़दी है, यक अर्ज गुफ्तम पेश तो दरगोश कुन करतार, हक्का कबीर करीम तू बेऐब परवदगार, दुनिया मुकामे फानी तहकीक दिलदानी, मम सर मुए अजराइल गिरफ्तें दिल हेच ना दानी। 7 साल दी बच्ची ने यह शब्द मूँह जबानी पढ़िया। बाबा जी पुछदे, बेटा भगत जयदेव जी का पदा मूँह जबानी याद है? 7 साल दी बच्ची कहती, बाबा जी मूँह जबानी याद है। 7 साल दी बच्ची भगत जयदेव जी का पदा पढ़दी है, परमाद पुरख मनो पिमंग, सत आद भाव रतंग, परमद पुतंग परकृत परंग, जद चिंत सर्ब गतंग, केवल राम नाम मनोरमंग, बद अमृत तत्मयंग, न दनोत जस स्मरणेण जन्म जराद मरण भयंग, ईशस जमाद प्राभ्यंग, जस स्वस्थ सोकृत कृतंग, पव भूत भाव समभ्यंग, परमंग प्रसन्न मिदंग। 7 साल दी बच्ची ने भगत जयदेव जी का पदा पढ़िया। हुणे तुसी कहो बाबा जी जिहड़ा शब्द पढ़िया इहदे अर्थ कर दिओ। माफ करना भागां वालिओ, जिन्ना चिर मैं अर्थ पढ़दा नहीं अर्थ कर नहीं सकदा। 7 साल दी बच्ची पहला मूँह जबानी शब्द पढ़दी है, फिर वो बच्ची इस शब्द दे अर्थ करदी है। सद संगत आ पिछले हफ्ते श्रोमणी गुरुद्वारा प्रबंधक कमेटी वालों मेरी ड्यूटी लगी बड़ू साहब, अकाल अकैडमी बड़ू साहब, चंडीगढ़ की एक संस्था है सोसाइटी ऑफ गुरु नानक स्टडी। वो पंजाब के बच्चे लैके जाते हैं वख-वख थावां ते, उत्थे बच्चों के गुरमत कैंप लाए जाते हैं और बकायदा श्रोमणी गुरुद्वारा प्रबंधक कमेटी के प्रचारकों दी ड्यूटियां लगदियां ने बच्चों को गुरमत की जानकारी देने वास्ते। उस गुरमत कैंप विच मोहाली दी एक बच्ची गई,
ਹਰਗੁਣ ਕੌਰ ਉਸ ਬੱਚੀ ਦਾ ਨਾਮ ਹੈ, ਮੁਹਾਲੀ ਦੀ ਬੱਚੀ ਰਹਿਣ ਵਾਲੀ ਹਰਗੁਣ ਕੌਰ। ਬਕਾਇਦਾ ਮੈਂ ਉਹ ਬੱਚੀ ਨਾਲ ਸੈਲਫੀ ਵੀ ਲਈ, ਔਰ ਉਹ ਛੋਟੀ ਜੀ ਬੱਚੀ ਹੈ, ਮਸਾ 6-7 ਸਾਲ ਬੱਚੀ ਦੀ ਉਮਰ ਹੈ। ਮੈਂ ਬੇਨਤੀ ਕਰਾਂ ਸਾਧ ਸੰਗਤ, 30 ਬਾਣੀਆਂ ਯਾਦ ਨੇ ਬੱਚੀ ਨੂੰ, 30 ਬਾਣੀਆਂ ਗੁਰੂ ਗ੍ਰੰਥ ਸਾਹਿਬ ਦੀਆਂ, 30 ਬਾਣੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਉਸ 6 ਸਾਲ ਦੀ ਬੱਚੀ ਨੂੰ ਯਾਦ ਨੇ। ਤੇ ਉਹ ਜਿਹੜੀ ਬੱਚੀ ਦੀ ਮੈਂ ਗੱਲ ਕਰ ਰਿਹਾ, ਇੰਗਲੈਂਡ ਵਾਲੀ ਬੱਚੀ ਦੀ, ਭੱਟਾਂ ਦੇ ਸਵਈਏ ਚਲੰਤ ਨੇ, ਸ਼ਲੋਕ ਸਹਿਸਕ੍ਰਿਤੀ ਚਲੰਤ ਹੈ। ਬਾਬਾ ਜੀ ਪੁੱਛਦੇ, ਬੇਟਾ ਇੰਨੀ ਛੋਟੀ ਉਮਰ ਇੰਨੀ ਬਾਣੀ ਯਾਦ ਕਿਹਦੀ ਕਿਰਪਾ ਹੈ? 7 ਸਾਲ ਦੀ ਬੱਚੀ ਕਹਿੰਦੀ, ਪਹਿਲੀ ਕਿਰਪਾ ਮੇਰੇ ਤੇ ਗੁਰੂ ਗ੍ਰੰਥ ਸਾਹਿਬ ਦੀ, ਤੇ ਦੂਜੀ ਕਿਰਪਾ ਮੇਰੇ ਤੇ ਮੇਰੇ ਮਾਂ ਪਿਓ ਦੀ, ਮੇਰੇ ਤੇ ਮੇਰੇ ਮਾਂ ਪਿਓ ਦੀ। ਬਾਬਾ ਜੀ ਮੇਰਾ ਮਾਂ ਪਿਓ ਬਾਣੀ ਪੜ੍ਹਦਾ ਸੀ, ਉਹਨਾਂ ਨੇ ਮੈਨੂੰ ਵੀ ਬਾਣੀ ਪੜ੍ਹਨੀ ਸਿਖਾ ਦਿੱਤੀ। ਮੇਰਾ ਮਾਂ ਪਿਓ ਅੰਮ੍ਰਿਤਧਾਰੀ ਸੀ, 3 ਸਾਲ ਦੀ ਉਮਰ ਵਿੱਚ ਉਹਨਾਂ ਨੇ ਮੈਨੂੰ ਖੰਡੇ ਦੀ ਪੌਲ ਦਵਾ ਦਿੱਤੀ ਸੀ। 5 ਪਿਆਰਿਆਂ ਨੂੰ ਕਿਹਾ ਸੀ ਸਾਡੀ ਜ਼ਿੰਮੇਵਾਰੀ ਅਸੀਂ ਰਹਿਤ ਰੱਖਾਂਗੇ ਇਹਦੀ। ਬਾਬਾ ਜੀ ਮੇਰਾ ਮਾਂ ਪਿਓ ਰੋਜ਼ ਗੁਰਦੁਆਰੇ ਜਾਂਦਾ ਸੀ, ਉਹ ਮੈਨੂੰ ਵੀ ਗੁਰਦੁਆਰੇ ਲੈ ਕੇ ਜਾਂਦੇ ਸਨ। ਤੇ ਐਸੇ ਮਾਤਾ ਪਿਤਾ ਬਾਰੇ ਮਹਾਰਾਜ ਨੇ ਕਿਹਾ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਸਾਧ ਸੰਗਤ, ਜਦੋਂ ਗੁਰੂ ਕੇ ਮਹਿਲ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਉਹਨਾਂ ਦਾ ਆਗਮਨ ਹੋਇਆ, ਤੇ ਸਾਡਾ ਇਤਿਹਾਸ ਕਹਿੰਦਾ ਏ ਉਸ ਸਮੇਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਆਸਾ ਦੀ ਵਾਰ ਦਾ ਕੀਰਤਨ ਸੁਣ ਰਹੇ ਨੇ। ਆਸਾ ਦੀ ਵਾਰ ਦਾ ਕੀਰਤਨ ਸੁਣ ਰਹੇ ਨੇ। ਜਦੋਂ ਗੁਰੂ ਕੇ ਮਹਿਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ, ਸਤਿਕਾਰਯੋਗ ਬਾਬਾ ਬਿਧੀ ਚੰਦ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਉਂਦੇ ਨੇ, ਤੇ ਕੰਨ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ, ਮਹਾਰਾਜ ਤੁਹਾਨੂੰ ਵਧਾਈਆਂ ਹੋਣ, ਉਸ ਅਕਾਲ ਪੁਰਖ ਪ੍ਰਮਾਤਮਾ ਨੇ ਤੁਹਾਨੂੰ ਪੁੱਤਰ ਦੀ ਦਾਤ ਦਿੱਤੀ ਹੈ, ਪੁੱਤਰ ਦੀ ਦਾਤ ਦਿੱਤੀ ਹੈ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿੱਦਾਂ ਚੌਂਕੜਾ ਮਾਰ ਕੇ ਬੈਠੇ ਨੇ, ਇਦਾਂ ਹੀ ਮਹਾਰਾਜ ਬੈਠੇ ਰਹੇ। ਮਾਫ ਕਰਨਾ, ਜੇਕਰ ਕੋਈ ਸਾਡੇ ਵਰਗਾ ਹੁੰਦਾ ਨਾ, ਤੇ ਖੁਸ਼ੀ ਦੀ ਖਬਰ ਸੁਣ ਕੇ ਉਸੇ ਵੇਲੇ ਦੌੜ ਜਾਂਦਾ, ਖੁਸ਼ੀ ਦੀ ਖਬਰ ਸੁਣ ਕੇ ਉਸੇ ਵੇਲੇ ਦੌੜ ਜਾਂਦਾ। ਸਚਾਈ ਹੈ ਸਾਧ ਸੰਗਤ, ਜਦੋਂ ਸਾਡੇ ਕੋਲ ਕੁਝ ਨਹੀਂ ਹੁੰਦਾ, ਉਦੋਂ ਅਸੀਂ ਗੁਰੂ ਘਰ ਵੀ ਜਾਂਦੇ ਆ, ਬਾਣੀ ਵੀ ਪੜ੍ਹਦੇ ਆ, ਰੱਬ ਦੀ ਭਗਤੀ ਵੀ ਕਰਦੇ ਆ, ਪਰਮੇਸ਼ਰ ਨੂੰ ਚੇਤੇ ਵੀ ਕਰਦੇ ਆ। ਤੇ ਜਦੋਂ ਰੱਬ ਦਾਤਾਂ ਦੇ ਦਿੰਦਾ ਏ, ਉਦੋਂ ਅਸੀਂ ਉਸ ਦਾਤੇ ਨੂੰ ਭੁਲਾ ਦਿੰਨੇ ਆ, ਉਦੋਂ ਅਸੀਂ ਉਸ ਦਾਤੇ ਨੂੰ ਚੇਤੇ ਨਹੀਂ ਕਰਦੇ, ਜਿਹਨੂੰ ਮਹਾਰਾਜ ਨੇ ਬਾਣੀ 'ਚ ਕਿਹਾ, ਦਾਤ ਪਿਆਰੀ ਵਿਸਰਿਆ ਦਾਤਾਰਾ। ਪਾਤਸ਼ਾਹ ਕਹਿੰਦੇ, ਸੁੱਤ ਕੰਚਨ ਸਿਉ ਹੇਤ ਵਧਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਮਹਾਰਾਜ ਨੇ ਤੇ ਬਾਣੀ 'ਚ ਕਿਹਾ, ਮੂੜੇ ਤੈ ਮਨ ਤੇ ਰਾਮ ਵਿਸਾਰਿਓ, ਲੂਣ ਖਾਏ ਕਰੇ ਹਰਾਮ ਖੋਰੀ, ਪੇਖਤ ਨੈਣ ਬਿਦਾਰਿਓ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚੌਂਕੜਾ ਮਾਰ ਕੇ ਬੈਠੇ ਰਹੇ। ਆਸਾ ਦੀ ਵਾਰ ਦਾ ਕੀਰਤਨ ਸਮਾਪਤ ਹੋਇਆ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦਾ ਸ਼ੁਕਰਾਨਾ ਕਰਦੇ ਨੇ, ਅਕਾਲ ਪੁਰਖ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ, ਗੁਰੂ ਨਾਨਕ ਸਾਹਿਬ ਦਾ ਸ਼ੁਕਰਾਨਾ ਕਰਦੇ ਨੇ। ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਤੁਠਾ ਕੀਨੀ ਦਾਤ, ਹੈ ਅਕਾਲ ਪੁਰਖ ਪ੍ਰਮਾਤਮਾ ਤੁਸੀਂ ਤਰੁੱਠ ਕੇ ਪੁੱਤਰ ਦੀ ਦਾਤ ਮੇਰੀ ਝੋਲੀ ਦੇ ਵਿੱਚ ਪਾਈ ਹੈ। ਬਾਬਾ ਬਿਧੀ ਚੰਦ ਗੁਰੂ ਹਰਗੋਬਿੰਦ ਸਾਹਿਬ ਘਰ ਪਹੁੰਚੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਪੁੱਤਰ ਦੇ ਦਰਸ਼ਨ ਕੀਤੇ, ਤੇ ਪ੍ਰਿੰਸੀਪਲ ਸਤਬੀਰ ਸਿੰਘ ਜੀ ਦੇ ਕਹਿਣ ਦੇ ਮੁਤਾਬਕ ਗੁਰੂ ਸਾਹਿਬ ਨੇ ਦੋਵੇਂ ਹੱਥ ਜੋੜ ਕੇ ਆਪਣੇ ਪੁੱਤਰ ਨੂੰ ਨਮਸਕਾਰ ਕੀਤੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਦੀਨ ਦੁਨੀਆ ਦੇ ਮਾਲਕ, 5 ਪਿਆਲੇ 5 ਪੀਰ, 6ਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ, ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ। ਦਸਤਗੀਰ ਹੋਏ 5 ਪੀਰ, ਹਰ ਗੁਰ ਹਰ ਗੋਬਿੰਦ ਅਤੋਲਾ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹਾਂ ਪਾਤਸ਼ਾਹ ਅਡੋਲਾ। ਨਮਸਕਾਰ ਕੀਤੀ। ਸਤਿਕਾਰਯੋਗ ਬਾਬਾ ਬਿਧੀ ਚੰਦ ਪੁੱਛਦੇ ਨੇ, ਮਹਾਰਾਜ ਇਸ ਲਾਲ ਤੋਂ ਪਹਿਲਾਂ ਤੁਹਾਡੇ 4 ਲਾਲ ਹੋਰ ਨੇ, ਬਾਬਾ ਗੁਰਦਿੱਤਾ ਜੀ, ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ। ਮਹਾਰਾਜ ਕਿਸੇ ਨੂੰ ਨਮਸਕਾਰ ਨਹੀਂ ਕੀਤੀ, ਇਸ ਲਾਲ ਨੂੰ ਕਿਉਂ ਨਮਸਕਾਰ ਕੀਤੀ? ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਬਾਬਾ ਬਿਧੀ ਚੰਦ ਜੀ, ਇਹ ਜਿਹੜਾ ਮੇਰਾ ਲਾਲ ਹੈ, ਇਹ ਜਿਹੜਾ ਮੇਰਾ ਪੁੱਤਰ ਹੈ, ਇਹ ਕੋਈ ਆਮ ਨਹੀਂ। ਇਸ ਮੇਰੇ ਲਾਲ ਨੇ ਇਸ ਸੰਸਾਰ ਦੇ ਵਿੱਚ ਰਹਿ ਕੇ ਇੰਨੇ ਕੁ ਪਰ ਉਪਕਾਰ ਕਰਨੇ ਨੇ, ਰਹਿੰਦੀ ਦੁਨੀਆ ਤੱਕ ਸੰਸਾਰ ਇਹਦੇ ਕੀਤੇ ਹੋਏ ਪਰ ਉਪਕਾਰਾਂ ਨੂੰ ਸਿਜਦਾ ਕਰਦਾ ਰਹੇਗਾ।
इन्हें परोपकार करने ने मेरे इस लाल ने। इनू गुरु नानक दे घर दियां बख्शिशां मिलनियां ने, पर जिस दिन मेरे इस लाल नू गुरु नानक दे घर दियां बख्शिशां मिलनियां ने, वडियाइयां मिलनियां, रहमतां मिलनियां ने, उस दिन असी शरीरक तौर ते इस संसार दे विच नहीं होना। इस करके मैं इस अपने लाल नू नमस्कार कीती है। साध संगत, धन गुरु तेग बहादुर महाराज जिन्हां दा बचपन ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਬਤੀਤ ਹੋਇਆ। ਆ ਇੱਕ ਘਟਨਾ ਸਾਂਝੀ ਕਰਕੇ ਤੇ ਥੋੜੀ ਜਿਹੀ ਮੈਂ ਬੇਨਤੀ 5 ਮਿੰਟ ਸ਼੍ਰੀ ਅਕਾਲ ਤਖਤ ਸਾਹਿਬ ਬਾਰੇ ਕਰਨੀ ਹੈ। ਉਸ ਤੋਂ ਬਾਅਦ ਦਾਸ ਨੇ ਸਮਾਪਤੀ ਕਰ ਦੇਣੀ ਹੈ। 9:15 ਵਜੇ ਤੱਕ ਦਾਸ ਦਾ ਟਾਈਮ ਹੈ, 9:10 ਹੋ ਚੁੱਕੇ ਨੇ। ਧਿਆਨ ਦੇਣਾ ਸਾਧ ਸੰਗਤ। ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੇ ਵੱਡੇ ਭਰਾਤਾ ਬਾਬਾ ਗੁਰਦਿੱਤਾ ਜੀ, ਸਾਡਾ ਇਤਿਹਾਸ ਕਹਿੰਦਾ ਵੀ ਬਾਬਾ ਗੁਰਦਿੱਤਾ ਜੀ ਜਿਨ੍ਹਾਂ ਦਾ ਵਿਆਹ ਰੱਖਿਆ ਹੋਇਆ ਹੈ। ਮੈਂ ਇੱਕ ਬੇਨਤੀ ਕਰਨੀ ਚਾਹੁੰਦਾ, ਬਾਬਾ ਗੁਰਦਿੱਤਾ ਜੀ ਤੇ ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਬੜਾ ਮਿਲਦਾ ਜੁਲਦਾ ਸੀ। ਗੁਰੂ ਨਾਨਕ ਸਾਹਿਬ ਵੀ ਬਟਾਲੇ ਦੀ ਧਰਤੀ ਤੇ ਵਿਆਹੇ ਤੇ ਬਾਬਾ ਗੁਰਦਿੱਤਾ ਜੀ ਵੀ ਬਟਾਲੇ ਦੀ ਧਰਤੀ ਤੇ ਵਿਆਹੇ। ਹੁਣ ਸਾਧ ਸੰਗਤ ਧਿਆਨ ਦੇਣਾ, ਬਾਬਾ ਗੁਰਦਿੱਤਾ ਜੀ ਦਾ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਤੇ ਸਾਧ ਸੰਗਤ ਆਪਾਂ ਸਾਰੇ ਜਾਣਦੇ ਹਾਂ, ਜਦੋਂ ਆਪਣੇ ਵੀ ਘਰ ਦੇ ਵਿੱਚ ਵਿਆਹ ਰੱਖਿਆ ਹੋਵੇ ਤੇ ਆਪਾਂ ਵੀ ਸ਼ਾਪਿੰਗਾਂ ਕਰਦੇ ਹਾਂ, ਵਧੀਆ ਵਧੀਆ ਕੱਪੜੇ ਆਪਾਂ ਖਰੀਦ ਕੇ ਲਿਆਉਂਦੇ ਹਾਂ, ਬਹੁਤ ਸਾਰੀ ਖਰੀਦਦਾਰੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਘਰ ਦੇ ਵਿੱਚ ਬਾਬਾ ਗੁਰਦਿੱਤਾ ਜੀ ਦਾ ਵਿਆਹ ਰੱਖਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵੱਡੇ ਭਰਾਤਾ ਤੇ ਸਾਧ ਸੰਗਤ ਮਾਤਾ ਨਾਨਕੀ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਅਜੇ ਬਿਲਕੁਲ ਬਾਲ ਉਮਰ ਦੇ ਵਿੱਚ ਨੇ ਮਹਾਰਾਜ ਬੜੀ ਸੋਹਣੀ ਪੋਸ਼ਾਕ ਲਿਆ ਕੇ ਦਿੱਤੀ, ਬੜੀ ਸੋਹਣੀ ਪੋਸ਼ਾਕ ਲਿਆ ਕੇ ਦਿੱਤੀ। ਜਦੋਂ ਉਹ ਪੋਸ਼ਾਕ ਮਾਤਾ ਨਾਨਕੀ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਪਾਈ ਤੇ ਮੈਂ ਬੇਨਤੀ ਕਰਾਂ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਬੜੇ ਪਿਆਰੇ, ਬੜੇ ਖੂਬਸੂਰਤ, ਬੜੇ ਸੋਹਣੇ ਲੱਗਦੇ ਨੇ। ਕਹਿੰਦੇ ਕੀ ਹੋਇਆ, ਜੇ ਬਰਾਤ ਚੜ੍ਹਨ ਵਿੱਚ ਟਾਈਮ ਹੈ, ਬਾਲ ਉਮਰ ਹੈ, ਮਾਰੇ ਖੇਡਣ ਵਾਸਤੇ ਬਾਹਰ ਚਲੇ ਗਏ। ਜਦੋਂ ਬਾਹਰੋਂ ਖੇਡ ਕੇ ਸਤਿਗੁਰੂ ਪਾਤਸ਼ਾਹ ਵਾਪਸ ਆਏ ਨਾ, ਜਿਹੜੀ ਪੋਸ਼ਾਕ ਮਾਤਾ ਨਾਨਕੀ ਨੇ ਪਾਈ ਹੋਈ ਸੀ ਉਹ ਪੋਸ਼ਾਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਤਨ ਦੇ ਉੱਤੇ ਨਹੀਂ। ਮਾਤਾ ਨਾਨਕੀ ਜੀ ਹੈਰਾਨ ਰਹਿ ਗਏ। ਭਰਾ ਦਾ ਵਿਆਹ ਹੈ, ਬਰਾਤ ਚੜ੍ਹਨ ਵਾਲੀ ਹੈ, ਪੁੱਤ ਨੂੰ ਤਿਆਰ ਕਰਕੇ ਭੇਜਿਆ ਸੀ, ਇੰਨਾ ਪਿਆਰਾ ਇੰਨਾ ਸੋਹਣਾ ਮੇਰਾ ਪੁੱਤ ਲੱਗ ਰਿਹਾ ਸੀ। ਬਾਹਰ ਖੇਡਣ ਵਾਸਤੇ ਜਦੋਂ ਗਿਆ ਸੀ ਉਦੋਂ ਪੋਸ਼ਾਕ ਤਨ ਤੇ ਸੀ, ਪਰ ਜਦੋਂ ਬਾਹਰੋਂ ਖੇਡ ਕੇ ਵਾਪਸ ਆਇਆ ਪੋਸ਼ਾਕ ਮੇਰੇ ਪੁੱਤ ਦੇ ਤਨ ਦੇ ਉੱਤੇ ਨਹੀਂ। ਬੇਟਾ ਤੇਗ ਬਹਾਦਰ ਪੁੱਤਰ ਜੀ ਮੇਰੇ ਕੋਲ ਆਓ, ਮੇਰੀ ਗੱਲ ਸੁਣੋ। ਬੇਟਾ ਜੀ ਤੁਹਾਨੂੰ ਪਤਾ ਹੈ ਨਾ ਤੁਹਾਡੇ ਭਰਾ ਦਾ ਵਿਆਹ ਹੈ? ਹਾਂਜੀ ਮਾਤਾ ਜੀ ਪਤਾ ਹੈ। ਤੁਹਾਨੂੰ ਪਤਾ ਹੈ ਨਾ ਬਰਾਤ ਚੜ੍ਹਨ ਵਾਲੀ ਹੈ? ਹਾਂਜੀ ਮਾਤਾ ਜੀ ਪਤਾ ਹੈ। ਫਿਰ ਉਹ ਪੋਸ਼ਾਕ ਕਿੱਥੇ ਹੈ ਜਿਹੜੀ ਤੁਹਾਨੂੰ ਪਾਈ ਸੀ? ਤੇ ਸੱਚ ਜਾਣਿਓ ਭਾਗਾਂ ਵਾਲਿਓ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ ਜਵਾਬ ਦਿੱਤਾ, ਮਾਤਾ ਜੀ ਜਦੋਂ ਮੈਂ ਬਾਹਰ ਖੇਡਣ ਵਾਸਤੇ ਗਿਆ ਤੇ ਜਿਨ੍ਹਾਂ ਹਾਣੀਆਂ ਨਾਲ ਮੈਂ ਖੇਡ ਰਿਹਾ ਸੀ ਉਹਨਾਂ ਵਿੱਚੋਂ ਇੱਕ ਬੱਚਾ, ਇੱਕ ਹਾਣੀ ਜਿਹਦੇ ਤਨ ਤੇ ਕੱਪੜੇ ਨਹੀਂ ਸੀ, ਬਾਹਰ ਬਹੁਤ ਜ਼ਿਆਦਾ ਠੰਡ ਸੀ। ਮੇਰਾ ਪ੍ਰਭ ਪਰ ਉਪਕਾਰੀ, ਮੇਰਾ ਗੁਰੂ ਪਰ ਉਪਕਾਰੀ ਹੈ। ਧਿਆਨ ਦੇਣਾ ਸਾਧ ਸੰਗਤ, ਪਰ ਉਪਕਾਰ ਨਿਤ ਚਿਤ ਵਧੇ। ਮਾਤਾ ਜੀ ਜਦੋਂ ਮੈਂ ਬਾਹਰ ਖੇਡਣ ਵਾਸਤੇ ਗਿਆ, ਮੇਰਾ ਇੱਕ ਜਿਹੜਾ ਹਾਣੀ ਸੀ ਉਹਦੇ ਤਨ ਦੇ ਉੱਤੇ ਕੱਪੜੇ ਨਹੀਂ, ਬਾਹਰ ਬਹੁਤ ਜ਼ਿਆਦਾ ਠੰਡ ਸੀ, ਕੰਬ ਰਿਹਾ ਸੀ, ਇੱਥੋਂ ਤੱਕ ਠੰਡ ਦੇ ਨਾਲ ਉਹਦਾ ਰੰਗ ਨੀਲਾ ਹੋ ਰਿਹਾ ਸੀ। ਮਾਤਾ ਜੀ ਮੇਰੇ ਕੋਲ ਰਿਹਾ ਨਹੀਂ ਗਿਆ, ਮੈਂ ਆਪਣੇ ਤਨ ਦੀ ਪੋਸ਼ਾਕ ਲਾ ਕੇ ਉਹਨੂੰ ਦੇ ਆਇਆ, ਮੈਂ ਆਪਣੇ ਤਨ ਦੀ ਪੋਸ਼ਾਕ ਲਾ ਕੇ ਉਹਨੂੰ ਦੇ ਆਇਆ। ਜਦੋਂ ਮਾਤਾ ਨਾਨਕੀ ਨੇ ਸੁਣਿਆ ਅੱਖਾਂ ਵਿੱਚ ਅੱਥਰੂ ਆ ਗਏ, ਘੁੱਟ ਕੇ ਪੁੱਤ ਨੂੰ ਗਲ ਬੱਕੜੀ ਪਾਈ, ਵਾਰ-ਵਾਰ ਪੁੱਤ ਦਾ ਮੱਥਾ ਚੁੰਮਿਆ। ਗੁਰੂ ਹਰਗੋਬਿੰਦ ਸਾਹਿਬ ਆ ਗਏ, ਕਹਿੰਦੇ ਕੀ ਗੱਲ ਹੈ, ਅੱਜ ਬੜਾ ਪਿਆਰ ਆ ਰਿਹਾ ਹੈ ਬਾਲ ਦੇ ਉੱਤੇ। ਤੇ ਮਾਤਾ ਨਾਨਕੀ ਨੇ ਸਾਰੀ ਗੱਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦੱਸੀ ਤੇ ਉਸ ਦਿਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਗੱਲ ਕਹੀ ਸੀ, ਅੱਜ ਛੋਟਾ ਜਿਹਾ ਬਾਲਕ ਠੰਡ ਦੇ ਵਿੱਚ ਠਰ ਰਿਹਾ ਸੀ, ਮੇਰੇ ਪੁੱਤ ਕੋਲੋਂ ਉਹਦਾ ਦੁੱਖ ਨਹੀਂ ਵੇਖਿਆ ਗਿਆ, ਮੇਰੇ ਪੁੱਤ ਨੇ ਆਪਣੇ ਤਨ ਦੀ ਪੋਸ਼ਾਕ ਲਾ ਕੇ ਦੇ ਦਿੱਤੀ। ਇੱਕ ਸਮਾਂ ਆਵੇਗਾ ਜਦੋਂ ਹਿੰਦੁਸਤਾਨ ਦੀ ਪੱਤ ਬਾਜ਼ਾਰਾਂ ਦੇ ਵਿੱਚ ਰੁਲਦੀ ਹੋਵੇਗੀ, ਉਸ ਰੁਲਦੀ ਹੋਈ ਪੱਤ ਨੂੰ ਬਚਾਉਣ ਵਾਸਤੇ ਮੇਰਾ ਪੁੱਤ ਦਿੱਲੀ ਜਾ ਕੇ ਆਪਣੇ ਸੀਸ ਦਾ ਬਲੀਦਾਨ ਦੇਵੇਗਾ।
ਦਿੱਲੀ ਜਾ ਕੇ ਆਪਣੇ ਸੀਸ ਦਾ ਬਲੀਦਾਨ ਦੇਵੇਗਾ। ਸਾਧ ਸੰਗਤ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਕੋਲੋਂ ਉਸ ਛੋਟੇ ਜਿਹੇ ਬਾਲਕ ਦਾ ਦੁੱਖ ਨਹੀਂ ਵੇਖਿਆ ਗਿਆ ਤੇ ਮਹਾਰਾਜ ਨੇ ਆਪਣੇ ਤਨ ਦੀ ਪੋਸ਼ਾਕ ਲਾ ਕੇ ਦੇ ਦਿੱਤੀ। ਅੱਜ ਸਾਡਾ ਵੀ ਫਰਜ਼ ਬਣਦਾ ਹੈ ਅਸੀਂ ਵੀ ਲੋੜਵੰਦਾਂ ਦੀ ਮਦਦ ਕਰੀਏ। ਜਿਹੜੇ ਲੋੜਵੰਦ ਨੇ ਅਸੀਂ ਵੀ ਉਹਨਾਂ ਦੀ ਮਦਦ ਕਰੀਏ, ਕਿਉਂਕਿ ਸਤਿਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਵੀ ਕਿਹਾ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸੋ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੈ ਨਦਰ ਤੇਰੀ ਬਖਸ਼ੀਸ਼ ਹੈ। किसी विद्वान ने कहा, जिनका दिन मनाते हो उनकी बात भी समझो, जिनका दिन मनाते हो उनका अर्शदात भी समझो। हम जब भी तुम्हारे दर पे गए हाथों में लेके फूल गए, वो फिरना हर्षू मक्के का, वो गिरना रुकते पर्वत का, हर बात तुम्हारी याद रही, पैगाम तुम्हारा भूल गए, पैगाम तुम्हारा भूल गए। आज गुरु तेग बहादुर सच्चे पातशाह महाराज जी का प्रकाश पुरब मना रहे हैं ते साडा सब दा ही फर्ज बनता है ਅਸੀਂ ਸਤਿਗੁਰੂ ਪਾਤਸ਼ਾਹ ਜੀ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਚੱਲੀਏ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਵੀ ਇਸ ਗੱਲ ਦੀ ਗਵਾਹੀ ਭਰਦੀ ਏ। ਮਹਾਰਾਜ ਕਹਿੰਦੇ ਨੇ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਮਹਾਰਾਜ ਕਹਿੰਦੇ ਨੇ, ਜੋ ਤੇਰਾ ਗੁਰੂ ਕਹਿੰਦਾ ਏ ਉਹਨੂੰ ਸੱਤ ਕਰਕੇ ਮੰਨ, ਸੱਤ ਕਰਕੇ, ਜੇ ਗੁਰੂ ਦੀ ਗੱਲ ਸੱਤ ਕਰਕੇ ਮੰਨੇਗਾ ਤੇ ਤੇਰਾ ਜੀਵਨ ਚੜ੍ਹਦੀ ਕਲਾ ਵਾਲਾ ਬਣ ਜਾਵੇਗਾ, ਤੇਰਾ ਜੀਵਨ ਸੋਹਣਾ ਬਣ ਜਾਵੇਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ ਹੈ, ਸਾਧ ਸੰਗਤ, ਕੱਲਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਨਹੀਂ। ਕੱਲਾ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਨਹੀਂ। ਪੁੱਛੀਏ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ, ਭਾਈ ਗੁਰਦਾਸ ਜੀ ਸਾਨੂੰ ਦੱਸੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਮੰਨਣਾ ਕੀ ਏ? ਤੇ ਭਾਈ ਗੁਰਦਾਸ ਜੀ ਕਹਿੰਦੇ, ਤੁਧਨੋ ਨਿਮਣ ਮੰਨਣ ਤੇਰਾ ਨਾਉ। ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਏ, ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨਣੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਹਿਣਾ ਮੰਨਣਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਖੇ ਲੱਗਣਾ। ਤੇ ਜੋ ਸਾਡੇ ਸਤਿਗੁਰੂ ਪਾਤਸ਼ਾਹ ਜੀ ਸਾਡੇ ਵਾਸਤੇ ਪੂਰਨੇ ਪਾ ਕੇ ਗਏ ਨੇ, ਆਪਾਂ ਉਹਨਾਂ ਪਾਏ ਹੋਏ ਪੂਰਨਿਆਂ ਤੇ ਚੱਲਣਾ ਹੈ। ਸਾਧ ਸੰਗਤ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੂੰ ਸ਼ਾਸਤਰ ਵਿਦਿਆ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਨੇ ਦਿੱਤੀ, ਤੇ ਸ਼ਸਤਰ ਵਿਦਿਆ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਨਿਪੁੰਨ ਕੀਤਾ ਸਤਿਕਾਰਯੋਗ ਭਾਈ ਜੈਤਾ ਜੀ ਨੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਵਿਆਹ 1632 ਦੇ ਵਿੱਚ ਕਰਤਾਰਪੁਰ ਦੇ ਰਹਿਣ ਵਾਲੇ ਲਾਲ ਚੰਦ ਜੀ ਤਿੰਨਾਂ ਦੀ ਸੁਪੁੱਤਰੀ ਮਾਤਾ ਗੁਜਰ ਕੌਰ ਜੀ ਦੇ ਨਾਲ ਹੋਇਆ। ਧਿਆਨ ਦੇਣਾ ਸਾਧ ਸੰਗਤ, ਇੱਥੇ ਮੈਂ ਇੱਕ ਬਹੁਤ ਜ਼ਰੂਰੀ ਬੇਨਤੀ ਕਰਨੀ ਚਾਹੁੰਦਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਵਿਆਹੁਣ ਵਾਸਤੇ ਗਏ ਨੇ ਕਰਤਾਰਪੁਰ ਸਾਹਿਬ ਦੀ ਧਰਤੀ ਤੇ, ਜਿਹੜਾ ਕਰਤਾਰਪੁਰ ਜਲੰਧਰ ਦੇ ਨੇੜੇ ਹੈ। ਗੁਰੂ ਤੇਗ ਬਹਾਦਰ ਮਹਾਰਾਜ ਨੂੰ ਵਿਆਹੁਣ ਵਾਸਤੇ ਗਏ, ਵਿਆਹ ਹੋਇਆ, ਆਨੰਦ ਕਾਰਜ ਹੋਇਆ। ਜਦੋਂ ਬਰਾਤ ਵਾਪਸ ਆਉਣ ਲੱਗੀ ਤੇ ਸਾਧ ਸੰਗਤ, ਜਿਹੜੇ ਮਾਤਾ ਗੁਜਰ ਕੌਰ ਜੀ ਦੇ, ਮਾਤਾ ਗੁਜਰੀ ਜੀ ਦੇ ਪਿਤਾ ਨੇ ਲਾਲ ਚੰਦ ਜੀ, ਉਹ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਦੋਵੇਂ ਹੱਥ ਜੋੜ ਕੇ ਸਾਹਮਣੇ ਖਲੋ ਕੇ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਆਖਣ ਲੱਗੇ, ਮਹਾਰਾਜ ਤੁਸੀਂ ਦੀਨ ਦੁਨੀਆ ਦੇ ਮਾਲਕ ਹੋ, ਤੁਸੀਂ ਦੀਨ ਦੁਨੀਆ ਦੇ ਪਾਤਸ਼ਾਹ ਹੋ। ਸਤਿਗੁਰੂ ਪਾਤਸ਼ਾਹ ਜੀ, ਮੈਂ ਬਹੁਤ ਜ਼ਿਆਦਾ ਗਰੀਬ ਆ। ਸਤਿਗੁਰੂ ਪਾਤਸ਼ਾਹ ਜੀ, ਨਾ ਤੇ ਮੈਂ ਤੁਹਾਡੀ ਚੰਗੀ ਤਰ੍ਹਾਂ ਸੇਵਾ ਕਰ ਸਕਿਆ ਤੇ ਨਾ ਮੈਂ ਤੁਹਾਨੂੰ ਕੁਝ ਦੇ ਹੀ ਸਕਿਆ, ਨਾ ਮੈਂ ਤੁਹਾਡੀ ਚੰਗੀ ਤਰ੍ਹਾਂ ਸੇਵਾ ਕਰ ਸਕਿਆ ਤੇ ਨਾ ਸਤਿਗੁਰੂ ਪਾਤਸ਼ਾਹ ਜੀ ਮੈਂ ਤੁਹਾਨੂੰ ਕੁਝ ਦੇ ਸਕਿਆ। ਹੁਣ ਸਾਧ ਸੰਗਤ ਧਿਆਨ ਦੇਣਾ, ਲਾਲ ਚੰਦ ਜੀ ਨੇ ਇਸ਼ਾਰਾ ਜਿਹੜਾ ਉਹ ਦਾਜ ਵਾਲੇ ਪਾਸੇ ਕੀਤਾ, ਦਾਜ ਵਾਲੇ, ਵੀ ਨਾ ਮਹਾਰਾਜ ਤੁਹਾਡੀ ਸੇਵਾ ਕਰ ਸਕਿਆ ਤੇ ਨਾ ਮੈਂ ਤੁਹਾਨੂੰ ਕੁਝ ਦੇ ਸਕਿਆ। ਹੁਣ ਸਾਧ ਸੰਗਤ ਧਿਆਨ ਦੇਣਾ,
ਜਦੋਂ ਲਾਲ ਚੰਦ ਜੀ ਨੇ ਇਹ ਗੱਲ ਕਹੀ ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਗੱਲ ਕਹਿੰਦੇ ਨੇ, ਲਾਲ ਚੰਦ ਜੀ, ਜਿਹੜੀ ਧੀ ਹੁੰਦੀ ਹੈ ਨਾ, ਧੀ ਉਹ ਬਾਬਲ ਦੇ ਦਿਲ ਦਾ ਟੁਕੜਾ ਹੁੰਦੀ ਹੈ। ਧੀ ਬਾਬਲ ਦੇ ਦਿਲ ਦਾ ਕਲੇਜਾ ਹੁੰਦੀ ਹੈ। ਵੇਖੋ ਸਾਧ ਸੰਗਤ, ਇੱਥੇ ਇੱਕ ਮੈਂ ਬੇਨਤੀ ਕਰਾਂਗਾ, ਜਦੋਂ ਵੀ ਗੱਲ ਪੁੱਤਰ ਦੀ ਚੱਲੇਗੀ, ਗੱਲ ਮਾਂ ਦੀ ਚੱਲੇਗੀ, ਪਰ ਜਦੋਂ ਵੀ ਗੱਲ ਧੀ ਦੀ ਚੱਲਦੀ ਹੈ ਨਾ, ਤੇ ਗੱਲ ਬਾਪ ਦੀ ਚੱਲੇਗੀ, ਗੱਲ ਬਾਬਲ ਦੀ ਚੱਲੇਗੀ। ਜਦੋਂ ਆਪਾਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਪੜ੍ਹਦੇ ਆਂ ਤੇ ਮਹਾਰਾਜ ਦੀ ਬਾਣੀ ਦੇ ਵਿੱਚ ਵੀ ਬਚਨ ਆਉਂਦੇ ਨੇ, ਬਾਲ ਕੰਨਿਆ ਕੋ ਬਾਪ ਪਿਆਰਾ। ਧੀ ਦਾ ਬਾਪ ਨਾਲ ਬੜਾ ਪਿਆਰ ਹੁੰਦਾ, ਔਰ ਵਾਕਿਆ ਹੀ ਧੀ ਬਾਬਲ ਦੇ ਦਿਲ ਦਾ ਟੁਕੜਾ ਹੁੰਦੀ ਏ, ਧੀ ਬਾਬਲ ਦੇ ਦਿਲ ਦਾ ਕਲੇਜਾ ਹੁੰਦੀ ਏ। ਹੁਣ ਸਾਧ ਸੰਗਤ ਧਿਆਨ ਦੇਣਾ, ਕੋਈ ਵੀ ਪੱਥਰ ਦਿਲ ਬਾਪ ਭਾਵੇਂ ਸਾਰੀ ਜ਼ਿੰਦਗੀ ਨਾ ਰੋਵੇ, ਪਰ ਜਿਸ ਦਿਨ ਉਹ ਆਪਣੀ ਧੀ ਦੀ ਡੋਲੀ ਤੋਰਦਾ ਹੈ ਨਾ, ਆਪਣੀ ਧੀ ਨੂੰ ਤੋਰਦਾ ਏ, ਸੱਚ ਜਾਣਿਓ ਭਾਗਾਂ ਵਾਲਿਓ, ਉਹਦੀਆਂ ਅੱਖਾਂ ਵਿੱਚ ਅਥਰੂ ਆ ਜਾਂਦੇ ਨੇ, ਉਹਦੀਆਂ ਅੱਖਾਂ ਵਿੱਚ ਅਥਰੂ ਆ ਜਾਂਦੇ ਨੇ। ਭਾਵੇਂ ਕਿਸੇ ਨੁੱਕਰ ਵਿੱਚ ਜਾ ਕੇ ਲੁਕ ਕੇ ਰੋ ਲਵੇ, ਪਰ ਉਹ ਰੋਂਦਾ ਜ਼ਰੂਰ ਹੈ। ਕੋਈ ਐਸਾ ਬਾਪ ਨਹੀਂ ਜਿਹੜਾ ਧੀ ਨੂੰ ਤੋਰਦਾ ਹੋਵੇ ਤੇ ਉਹਦੀਆਂ ਅੱਖਾਂ ਵਿੱਚ ਅਥਰੂ ਨਾ ਆਉਣ, ਉਹਦੀਆਂ ਅੱਖਾਂ ਵਿੱਚ ਅਥਰੂ ਨਾ ਆਉਣ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਧੀ ਦਾ ਤੇ ਬਾਪ ਦਾ ਬੜਾ ਪਿਆਰ ਹੁੰਦਾ ਏ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ, ਲਾਲ ਚੰਦ ਜੀ ਕਿੱਦਾਂ ਦੀਆਂ ਗੱਲਾਂ ਕਰਦੇ ਹੋ, ਕਿਉਂ ਇਹੋ ਜਿਹੀਆਂ ਗੱਲਾਂ ਕਰਦੇ ਹੋ? ਲਾਲ ਚੰਦ ਜੀ, ਧੀ ਬਾਬਲ ਦੇ ਦਿਲ ਦਾ ਟੁਕੜਾ ਹੈ, ਧੀ ਬਾਬਲ ਦੇ ਦਿਲ ਦਾ ਕਲੇਜਾ ਹੈ, ਤੇ ਜਿੰਨੇ ਆਪਣਾ ਕਲੇਜਾ ਹੀ ਕੱਢ ਕੇ ਸਾਡੀ ਝੋਲੀ ਦੇ ਵਿੱਚ ਪਾ ਦਿੱਤਾ, ਉਹਨੇ ਪਿੱਛੇ ਹੋਰ ਕੀ ਰੱਖ ਲਿਆ? ਭਾਵ ਜਿੰਨੇ ਧੀ ਦੇ ਦਿੱਤੀ, ਉਹਨੇ ਸਾਰਾ ਕੁਝ ਹੀ ਦੇ ਦਿੱਤਾ। ਜਿੰਨੇ ਧੀ ਦੇ ਦਿੱਤੀ, ਉਹਨੇ ਸਾਰਾ ਕੁਝ ਹੀ ਲੁਟਾ ਦਿੱਤਾ, ਉਹਨੇ ਸਾਰਾ ਕੁਝ ਦੇ ਦਿੱਤਾ। ਤੇ ਸਾਧ ਸੰਗਤ ਮਾਫ ਕਰਨਾ, ਧੀਆਂ ਪੁੱਤਰਾਂ ਨੂੰ ਦਾਜ ਕਿਹੜਾ ਦੇਣਾ ਹੈ? ਧੀਆਂ ਪੁੱਤਰਾਂ ਨੂੰ ਗੁਣਾ ਦਾ ਦਾਜ ਦੇਣਾ ਹੈ, ਗੁਣਾ ਦਾ। ਜਦੋਂ ਵੀ ਧੀਆਂ ਪੁੱਤਰਾਂ ਦੇ ਰਿਸ਼ਤੇ ਕਰਨੇ ਨੇ, ਗੁਣਾ ਦੇ ਆਧਾਰ ਤੇ ਕਰਨੇ ਨੇ, ਗੁਣਾ ਦੇ ਆਧਾਰ ਤੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਦੇ ਗੁਣ ਵੇਖੇ ਸੀ, ਗੁਰੂ ਰਾਮਦਾਸ ਮਹਾਰਾਜ ਦੇ ਗੁਣ ਵੇਖੇ ਸੀ। ਤੇ ਗੁਰਬਾਣੀ ਵੀ ਇਸ ਗੱਲ ਦੀ ਗਵਾਹੀ ਭਰਦੀ ਏ। ਮਹਾਰਾਜ ਕਹਿੰਦੇ, ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੇ ਦਾਜੋ, ਹਰ ਕੱਪੜੋ ਹਰ ਸ਼ੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ। ਹਰ ਹਰ ਭਗਤੀ ਦਾਨ ਸੁਹੇਲਾ, ਗੁਰ ਸਤਿਗੁਰ ਦਾਨ ਦਿਵਾਇਆ, ਖੰਡ ਵਰ ਭੰਡ ਹਰ ਸ਼ੋਭਾ ਹੋਈ, ਇਹ ਦਾਨ ਨਾ ਰਲੇ ਰਲਾਇਆ। ਹੋਰ ਮਨਮੁਖ ਦਾਜ ਜੇ ਰੱਖ ਦਿਖਾਲੇ, ਸੋ ਕੂੜ ਅਹੰਕਾਰ ਕੱਚ ਪਾਜੋ। ਹਰ ਪ੍ਰਭ ਮੇਰੇ ਬਾਬੁਲਾ, ਹਰ ਦੇਵੋ ਦਾਨ ਮੈਂ ਦਾਜੋ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ। ਸਾਧ ਸੰਗਤ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਜੀਵਨ ਬਹੁਤ ਮਹਾਨ ਹੈ, ਆਪਾਂ ਸਾਰੇ ਜਾਣਦੇ ਆ। ਕਸ਼ਮੀਰੀ ਪੰਡਤ ਆਨੰਦਪੁਰ ਦੀ ਧਰਤੀ ਤੇ ਆਏ, ਆ ਕੇ ਅਰਦਾਸ ਕੀਤੀ, ਦੁਖੀ ਹੋਏ ਚੱਲ ਆਏ, ਬ੍ਰਾਹਮਣਪੁਰੀ ਆਨੰਦ ਬਾਹ ਅਸਾਡੀ ਪਕੜੀਐ, ਸ਼੍ਰੀ ਹਰਗੋਬਿੰਦ ਕੇ ਚੰਦ। ਐ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਪੂਰੇ ਹਿੰਦੁਸਤਾਨ ਦੇ ਧਾਰਮਿਕ ਅਸਥਾਨਾਂ ਤੇ ਅਰਦਾਸਾਂ ਕਰਕੇ ਆਏ ਆ, ਕਿਸੇ ਨੇ ਸਾਡੀ ਬਾਹ ਨਹੀਂ ਫੜੀ। ਗੁਰੂ ਤੇਗ ਬਹਾਦਰ ਮਹਾਰਾਜ, ਸਾਡਾ ਧਰਮ ਖਤਰੇ ਦੇ ਵਿੱਚ ਹੈ, ਸਾਡੇ ਧਰਮ ਨੂੰ ਬਚਾ ਲਓ, ਸਾਡੇ ਧਰਮ ਨੂੰ ਬਚਾ ਲਓ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਕੁਰਬਾਨੀ ਦੇਣੀ ਪਵੇਗੀ। ਉਹ ਕਸ਼ਮੀਰੀ ਪੰਡਤ ਕਹਿੰਦੇ, ਸਾਡੇ ਧਰਮ ਚੋਂ ਕਿਸੇ ਨੇ ਕੁਰਬਾਨੀ ਨਹੀਂ ਦੇਣੀ। ਲਾਗੇ ਬਾਲ ਗੋਬਿੰਦ ਰਾਏ ਖਲੋਤੇ, ਪਿਤਾ ਜੀ ਤੁਹਾਡੇ ਨਾਲੋਂ ਵੱਡਾ ਧਰਮਾਤਮਾ ਕੌਣ ਹੈ? ਤੁਹਾਨੂੰ ਹੀ ਕੁਰਬਾਨੀ ਦੇ ਕੇ ਇਹਨਾਂ ਦਾ ਧਰਮ ਬਚਾਉਣਾ ਪੈਣਾ। ਤੇ ਸੱਚ ਜਾਣਿਓ ਸਾਧ ਸੰਗਤ, ਗੁਰੂ ਤੇਗ ਬਹਾਦਰ ਮਹਾਰਾਜ ਇਹ ਗੱਲ ਕਹਿੰਦੇ ਨੇ ਕਿ ਜਾਓ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ, ਜੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਮੁਸਲਮਾਨ ਬਣਾ ਲੈਣ ਤੇ ਪੂਰਾ ਹਿੰਦੁਸਤਾਨ ਮੁਸਲਮਾਨ ਬਣ ਜਾਵੇਗਾ। ਤੇ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਧਰਵਾਸ ਦਿੱਤਾ, ਜਿਹੜਾ ਭਰੋਸਾ ਦਿੱਤਾ, ਜੋ ਧੀਰਜ ਉਹਨਾਂ ਨੂੰ ਦਿੱਤਾ, ਕਿਉਂਕਿ ਮੇਰੇ ਗੁਰੂ ਦਾ ਸੁਭਾਅ ਹੈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਦ ਸੁਆਮੀ ਸੰਦਾ। ਜੇ ਗੁਰੂ ਉਹਨਾਂ ਦੀ ਬਾਹ ਫੜ ਸਕਦਾ ਏ, ਅਸੀਂ ਵੀ ਗੁਰੂ ਤੇ ਭਰੋਸਾ ਰੱਖੀਏ, ਗੁਰੂ ਸਾਡੀ ਵੀ ਬਾਹ ਫੜੇਗਾ, ਗੁਰੂ ਸਾਡੀ ਵੀ ਬਾਹ ਫੜੇਗਾ। ਤੇ ਗੁਰੂ ਤੇਗ ਬਹਾਦਰ ਮਹਾਰਾਜ ਧਰਵਾਸ ਦਿੰਦੇ ਨੇ, ਭਰੋਸਾ ਦਿੰਦੇ ਨੇ, ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਨੇ। ਗੁਰੂ ਸਾਹਿਬ ਉਹਨਾਂ ਨੂੰ ਧੀਰਜ ਦਿੰਦੇ ਨੇ। ਕਿਸੇ ਵਿਦਵਾਨ ਨੇ ਬੜਾ ਸੋਹਣਾ ਲਿਖਿਆ, ਸਾਹਿਬ ਕਹਿਣ ਲੱਗੇ, ਜਾਓ ਬੱਚੋ ਘਰੀ ਜਾਵੋ, ਸਿਰ ਦੇ ਕੇ ਸੱਤ ਬਚਾਵਾਂਗਾ ਮੈਂ,
हिंदू धर्म दे बुझदे दीविਆਂ अंदर तेल अपने लहू दा पावांगा मैं, पाया तेल मैं अपने लहू दा, ताइयों तां भारत वर्ष दा बाग फल रिहा है। अज भी हिंदू धर्म दे मंदिरां विच दीविਆਂ विच तेल गुरु तेग बहादुर दे लहू दा बल रिहा है, तेल गुरु तेग बहादुर दे लहू दा बल रिहा है। महाराज चले ते सिखां दे अखां दे विच अथरू आ गए ते महाराज कहंदे रोवो ना बेटो, हंसो देख मुझको, मैं शीश की भेंट चढ़ाने चला हूं, लगी आग पापों की जल रही है दुनिया, मैं खून पाके अपना बुझाने चला हूं, जो बोधी को काटे और जंजू को तोड़े, मैं वही तीर खंजर खाने चला हूं, मेरी बसी दुनिया उजड़ जाए बेशक, मैं हिंदुओं की दुनिया बसाने चला हूं, मैं हिंदुओं की दुनिया बसाने चला हूं। धन गुरु तेग बहादुर सच्चे पातशाह महाराज 57 श्लोक ने महाराज दे 59 शब्द ने, टोटल गिनती 116 बनती है। बड़ी महाराज दी वैरागमई बाणी है जिहड़ी सानू रब नाल जोड़दी है, परमेश्वर नाल जोड़दी है। वार वार महाराज समझाउंदे ने आ सारा कुछ कूड़ है, सारा कुछ इत्थे रह जाना, कुछ भी बंदिया तेरे नाल नहीं जाना, चंगे काम कर, रब दी भगती कर, परमात्मा दी भगती कर। साध संगत अज श्री अकाल तख्त साहब जी का सिरजना दिवस है। अकाल भाव सदीवी, अकाल भाव सदीवी, सतगुर मेरा सदा सदा, ना आए ना जाए। अकाल भाव सदीवी, तख्त भाव सिंघासन, तख्त भाव सिंघासन। अकाल तख्त साहब का मतलब है सदीवी सिंघासन। अकाल तख्त अकाल पुरखी राज का संकल्प पेश करता है। अकाल तख्त अकाल पुरखी राज का संकल्प पेश करता है, जिस दा आधार नैवी दैवी अते नैतिक गुण ने, दैवी अते नैतिक गुण ने। ते जेड़ियां शक्तियां, जेड़ियां शैतानी शक्तियां, अकाल तख्त साहब उन्हां दा टाकरे दा प्रतीक है। साध संगत 1606 दे विच गुरु तेग बहादुर सच्चे पातशाह महाराज ने 3 मीटर का एक थड़ा बनवाया, 3 मीटर का, क्योंकि दिल्ली सरकार कहती सी भी सब नालों उच्चा तख्त होवे साडा होवे, साडे तख्त तो उच्चा कोई तख्त नहीं बना सकता। ते माफ करना भागा वालिओ, गुरु हरगोबिंद साहब सच्चे पातशाह महाराज ने दिल्ली दे तख्त नालों उच्चा तख्त बनाया, दिल्ली दे तख्त नालों उच्चा तख्त बनाया। अज तक जिन्ने पैगंबर होए ने उन्होंने ना अपने तो रखे, पर मेरे गुरु साहब ने वो तख्त बना के उस तख्त का नाम अकाल तख्त साहब रखिया, अकाल तख्त साहब रखिया। तो मैं बेनती करा, जिहड़ी अकाल तख्त साहब की सिरजना वो सत्कारयोग बाबा बुढ़ा जी ते भाई साहब भाई गुरदास जी दे कोलों करवाई, ते बीबी रामो जी जिन्हां ने पहला गलीचा तैयार किया उस 3 मीटर उच्चे थड़े दे उत्ते विछाउण वास्ते। महाराज अकाल तख्त साहब तखत दे उत्ते बहिंदे ने, अकाल तख्त साहब सतगुरु पातशाह तखत दे उत्ते बहिंदे ने, ते तखत दे उत्ते बैठदियां सार महाराज ने अपने सिंघां नूं कहा, सोहणे सोहणे घोड़े लैके आओ, सोहणे सोहणे शस्त्र लैके आओ, क्योंकि जदों गुरु अर्जन देव महाराज शहादत देन लाहौर चले ने, महाराज ये गल कह के गए सी, हुण जबर दा मुकाबला सबर नाल नहीं, हुण पुत्र जी तुसी 2 तलवारां धारण करनियां, जिस दा जिक्र भाई नत्था ते भाई अब्दुल्ला करते ने। 2 तलवारां बधियां, एक मीरी दी, एक पीरी दी, एक अजमत दी, एक राज दी, एक राखी करी वजीरी दी, हिम्मत बाहां कोटगढ़ दरवाजा बलख बखीर दी, नाल सिपाही नील नाल, मर दुष्टा करे तगीर दी, पग तेरी की जहांगीर दी, पग तेरी की जहांगीर दी। मर्ज बैठदियां सारी ये गल कहिंदे ने, सुन सिखण जो गुर की कार, खर्चियो दरब लैन हथियार, चंचल तरंग मोल कर लए, गुर प्रसन्नता चाहत किए। और जे गुरु हरगोबिंद साहब दियां खुशियां लैनियां जे सिखो, वधिया वधिया शस्त्र लैके आओ, वधिया वधिया घोड़े लैके आओ, वधिया वधिया घोड़े लैके आओ। महाराज अकाल तख्त साहब ते बहिंदे ने, ते भागां वालिओ जिन्ने फैसले ने जिहड़े पहलां इधर उधर हुंदे सी, हुण गुरु हरगोबिंद साहब सच्चे पातशाह महाराज आप उन्हां दा निपटारा करदे ने, जिस दा जिक्र भाई अब्दुल्ला
ਤੇ ਭਾਈ ਨੱਥਾ ਜਿਹੜੇ ਢਾਡੀ ਨੇ, ਔਰ ਬਕਾਇਦਾ ਉੱਥੇ ਢਾਡੀ ਵਾਰਾਂ ਗਾਇਨ ਕਰਦੇ ਨੇ, ਇਤਿਹਾਸ ਸੁਣਾਉਂਦੇ ਨੇ ਸੰਗਤਾਂ ਵਿੱਚ ਜੋਸ਼ ਭਰਨ ਵਾਸਤੇ, ਵੀਰ ਰਸ ਭਰਨ ਵਾਸਤੇ, ਇੱਕ ਚੜ੍ਹਦੀ ਕਲਾ ਸੰਗਤ ਵਿੱਚ ਭਰਨ ਵਾਸਤੇ। ਤੇ ਉਹ ਦੋਵੇਂ ਢਾਡੀ ਕੀ ਕਹਿੰਦੇ ਨੇ? ਸੱਚਾ ਤਖਤ ਸੁਹਾਏ ਸ੍ਰੀ ਗੁਰ ਪਾਏ ਕੇ, ਸ਼ਬ ਵਰਨੀ ਨਹਿ ਜਾਏ ਕਹੋ ਕਿਆ ਗਾਏ ਕੇ, ਰਬ ਸਸ ਭਏ ਮਲੀਨ ਗੁਰਦਰਸ਼ ਦਿਖਾਏ ਕੇ। ਕਹਿੰਦੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਤਖਤ ਤੇ ਬੈਠਦੇ ਸੀ ਨਾ, ਮਲੀਨ ਤੋਂ ਮਲੀਨ ਬੰਦਾ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕਰਦਾ ਸੀ, ਉਹਦੀ ਸਾਰੀ ਮਲੀਨਤਾ ਹੀ ਖਤਮ ਹੋ ਜਾਂਦੀ ਸੀ। ਉੱਜੜ ਭੁੱਲੇ ਰਾਹ ਸੇ ਗੁਰ ਸਮਝਾਇਆ, ਸੱਚਾ ਤਖਤ ਸੁਹਾਏ ਸ਼੍ਰੀ ਗੁਰ ਪਾਏ ਕੈ, ਸਭ ਵਰਨੀ ਨਹਿ ਜਾਏ ਕਹੋ ਕਿਆ ਗਾਏ ਕੈ, ਰਬ ਸਸ ਭਏ ਮਲੀਨ ਗੁਰਦਰਸ਼ ਦਿਖਾਏ ਕੈ, ਸਤਗੁਰ ਤਖਤ ਬਰਾਜੈ ਪ੍ਰਭੂ ਧਿਆਏ ਕੈ, ਨੱਥਾ ਉਬਦੁੱਲਾ ਜਸ ਕਹੇ ਬਣਾਏ ਕੈ, ਨੱਥਾ ਉਬਦੁੱਲਾ ਜਸ ਕਹੇ ਬਣਾਏ ਕੈ। ਸ਼੍ਰੀ ਅਕਾਲ ਤਖਤ ਸਾਹਿਬ ਸਾਡੀ ਸੁਪਰੀਮ ਪਾਵਰ ਹੈ, ਔਰ ਜੋ ਹੁਕਮ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਲਾਗੂ ਹੁੰਦਾ ਹੈ, ਭਾਗਾਂ ਵਾਲਿਓ, ਉਹ ਸਾਡੇ ਸਿਰ ਮੱਥੇ ਸਿਰ ਝੁਕਾਉਣਾ ਹੈ ਉਸ ਹੁਕਮ ਦੇ ਅੱਗੇ। ਮੈਂ ਬੇਨਤੀ ਕਰਾਂ, ਜੋ ਪੂਰਨੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਪਾਏ ਨੇ, ਜੋ ਪੂਰਨੇ ਸਾਡੇ ਵਾਸਤੇ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪਾਏ ਨੇ, ਮਹਾਰਾਜ ਨੇ ਆਪਣੇ ਸਿੱਖ ਨੂੰ ਸ਼ਸਤਰ ਵਿਦਿਆ ਵਿੱਚ ਵੀ ਨਿਪੁੰਨ ਕੀਤਾ ਹੈ, ਤੇ ਮਹਾਰਾਜ ਨੇ ਸ਼ਸਤਰ ਵਿਦਿਆ ਵਿੱਚ ਵੀ ਨਿਪੁੰਨ ਕੀਤਾ। ਮੇਰਾ ਸਿੱਖ ਸ਼ਸਤਰਧਾਰੀ ਵੀ ਹੋਣਾ ਚਾਹੀਦਾ ਹੈ, ਤੇ ਮੇਰਾ ਸਿੱਖ ਪੜ੍ਹਿਆ ਲਿਖਿਆ ਵੀ ਹੋਣਾ ਚਾਹੀਦਾ ਹੈ। ਪੜ੍ਹਿਆ ਲਿਖਿਆ ਵੀ, ਮੇਰਾ ਸਿੱਖ ਪੜ੍ਹਿਆ ਲਿਖਿਆ ਵੀ ਹੋਣਾ ਚਾਹੀਦਾ। ਦੁਨਿਆਵੀ ਗਿਆਨ ਵੀ ਚਾਹੀਦਾ ਤੇ ਧਰਮ ਦਾ ਗਿਆਨ ਵੀ ਚਾਹੀਦਾ। ਕਹਿਣ ਤੋਂ ਭਾਵ ਗੁਰੂ ਸਾਹਿਬਾਨ ਨੇ ਆਪਣੇ ਸਿੱਖ ਨੂੰ ਬੜਾ ਸਿਆਣਾ ਬਣਾਇਆ, ਸੰਤ ਵੀ ਬਣਾਇਆ ਹੈ, ਸਿਪਾਹੀ ਵੀ ਬਣਾਇਆ ਹੈ, ਧਰਮੀ ਵੀ ਬਣਾਇਆ, ਰਾਜਨੀਤਿਕ ਵੀ ਬਣਾਇਆ ਹੈ। ਮਾਫ ਕਰਨਾ ਸਾਧ ਸੰਗਤ, ਅਕਾਲ ਤਖਤ ਸਾਹਿਬ ਦੇ ਬਾਹਰ ਜਿਹੜੇ ਦੋ ਨਿਸ਼ਾਨ ਸਾਹਿਬ ਨੇ, ਉਹ ਮੀਰੀ ਤੇ ਪੀਰੀ ਦਾ ਪ੍ਰਤੀਕ ਹੈ। ਜਿਹੜਾ ਦਰਬਾਰ ਸਾਹਿਬ ਵਾਲੇ ਪਾਸੇ ਨਿਸ਼ਾਨ ਸਾਹਿਬ ਹੈ ਉਹ ਵੱਡਾ ਹੈ, ਜਿਹੜਾ ਅਕਾਲ ਤਖਤ ਸਾਹਿਬ ਵਾਲੇ ਪਾਸੇ ਨਿਸ਼ਾਨ ਸਾਹਿਬ ਹੈ ਉਹ ਥੋੜਾ ਜਿਹਾ ਛੋਟਾ ਹੈ, ਥੋੜਾ ਜਿਹਾ ਉਹਦੇ ਨਾਲ ਛੋਟਾ ਹੈ। ਕਹਿਣ ਤੋਂ ਭਾਵ ਰਾਜਨੀਤੀ ਥੱਲੇ ਹੈ, ਧਰਮ ਉੱਤੇ ਹੈ, ਧਰਮ ਉੱਤੇ ਹੈ। ਲਗਾਮ ਧਰਮ ਦੀ ਚਾਹੀਦੀ ਏ ਤੇ ਘੋੜਾ ਰਾਜਨੀਤੀ ਦਾ ਚਾਹੀਦਾ ਹੈ। ਹਮੇਸ਼ਾ ਧਰਮ ਜਿਹੜਾ ਹੈ ਉਹ ਰਾਜਨੀਤੀ ਤੋਂ ਉੱਤੇ ਹੋਣਾ ਚਾਹੀਦਾ ਹੈ। ਸੋ ਵਾਹਿਗੁਰੂ ਸਾਰੀਆਂ ਰੱਬ ਵਰਗੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸੋਹਣਾ ਉਪਰਾਲਾ ਕੀਤਾ ਗਿਆ। ਇਹ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਸਾਧ ਸੰਗਤ ਕਥਾ ਕਰਦਿਆਂ, ਗੁਰਮਤਿ ਦੀ ਵਿਚਾਰ ਕਰਦਿਆਂ, ਇੱਕ ਨਹੀਂ ਬੇਅੰਤ ਭੁੱਲਾਂ ਗਲਤੀਆਂ ਹੋਈਆਂ ਹਨ। ਮੈਂ ਬੇਨਤੀ ਕਰਾਂ, ਜਿੰਨੀਆਂ ਵੀ ਇੱਥੇ ਮਾਣਯੋਗ ਸਤਿਕਾਰਯੋਗ ਧਾਰਮਿਕ ਸ਼ਖਸੀਅਤਾਂ ਪਹੁੰਚੀਆਂ ਨੇ, ਸਾਰੀਆਂ ਮਾਣਯੋਗ ਧਾਰਮਿਕ ਸ਼ਖਸੀਅਤਾਂ ਦਾ ਜਿਹੜਾ ਉਹ ਧੰਨਵਾਦ ਕੀਤਾ ਜਾਂਦਾ। ਧੰਨਵਾਦ ਰੱਬ ਵਰਗੀਆਂ ਸੰਗਤਾਂ ਦਾ। ਕੋਟਾਨ ਕੋਟ ਸ਼ੁਕਰ ਦੀਨ ਦੁਨੀਆ ਦੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਇੱਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਲੜ ਲੱਗੀਏ, ਬਾਣੀ ਪੜ੍ਹੀਏ, ਰੱਬ ਦੀ ਭਗਤੀ ਕਰੀਏ, ਅੰਮ੍ਰਿਤਧਾਰੀ ਹੋਈਏ, ਚੜ੍ਹਦੀ ਕਲਾ ਵਾਲਾ ਜੀਵਨ ਬਣਾਈਏ। ਕਿਉਂਕਿ ਕਲਗੀਧਰ ਨੇ ਕਿਹਾ ਸੀ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਹਮਾਰੀ ਪਿਆਰੀ ਅੰਮ੍ਰਿਤਧਾਰੀ। हमारी प्यारी अमृत धारी गुर निमख ना मन ते टारी रे। साध संगत भुल्लन अंदर सब को अभुल गुरु करतार। गुरु की वडियाई बहुत वड्डी है, असी नहीं बयान कर सकते। कथा करदियां, गुरमत की विचार करदियां बेअंत भुल्लां गलतियां होईयां माफ करनियां। मैं फिर बेनती करा, एक गुरु ग्रंथ साहब दे लड़ लगीए, बाणी पढ़ीए, रब की भगती करिए, सोहना जीवन जीवीए, अपने आप ते मान होवे भी असी बड़ी सोहनी जिंदगी जी के चले आ, अमृत छकीए, गुरु वाले बणीए। होईयां भुल्लां माफ कर देनियां। वाहिगुरू जी का खालसा, वाहिगुरू जी की फतेह।